हाँ जी, नैक्सट असीं पंजाब बारे पढ़ांगे। पंजाब इट वॉज अंडर द लीडरशिप ऑफ गुरु गोबिंद सिंह एंड द 10th एंड द लास्ट गुरु ऑफ सिक्स दैट द कम्यूनिटी बिकेम ए पोलीटिकल एंड मिलिटरी फोर्स। ਤਾਂ ਇਹ ਪੰਜਾਬ ਕਾਹਦੇ ਅੰਡਰ ਸੀ? ਗੁਰੂ ਗੋਬਿੰਦ ਸਿੰਘ ਜੀ ਦੇ, ਜਿਹੜੇ ਕਿ ਸਿੱਖਾਂ ਦੇ ਲਾਸਟ ਗੁਰੂ ਸੀਗੇ। ਠੀਕ ਹੈ, ਇਹਨਾਂ ਨੇ ਪੋਲੀਟੀਕਲ ਅਤੇ ਮਿਲਟਰੀ ਫੋਰਸ ਬਹੁਤ ਜ਼ਿਆਦਾ ਬਣਾਈ। ਦ ਇਨਵੇਜਨ ਆਫ ਨਾਦਰ ਸ਼ਾਹ ਐਂਡ ਅਹਿਮਦ ਸ਼ਾਹ ਅਬਦਾਲੀ ਐਂਡ ਦ ਡਿਕਲਾਈਨ ਆਫ ਮੁਗਲ ਪਾਵਰ ਐਂਡ ਦ ਕਨਫਲਿਕਟ ਬਿਟਵੀਨ ਅਫਗਾਨਸ ਐਂਡ ਫੋਲੋਅਰਸ ਆਫ ਨਾਦਰ ਸ਼ਾਹ ਗਿਵ ਦ ਸਿੱਖ ਦ ਓਪਰਚੁਨਿਟੀ ਟੂ ਰਾਈਜ਼ ਐਂਡ ਫੋਰਮ ਸਮੋਲ ਗਰੁੱਪਸ ਕੋਲਡ ਮਿਸਲਸ। ਤਾਂ ਹੌਲੀ ਹੌਲੀ ਜਿਹੜੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਸੀ, ਇਹ ਅਫਗਾਨ ਲੋਕ ਸੀਗੇ, ਇਹਨਾਂ ਦੀ ਸ਼ਕਤੀ ਜਿਵੇਂ ਜਿਵੇਂ ਘਟਦੀ ਗਈ ਤਾਂ ਸਿੱਖਾਂ ਨੂੰ ਇੱਕ ਮੌਕਾ ਮਿਲਿਆ ਆਪਣੀਆਂ ਛੋਟੀਆਂ ਛੋਟੀਆਂ ਗਰੁੱਪ ਬਣਾਉਣ ਦਾ, ਜਿਹਨੂੰ ਕਿ ਮਿਸਲ ਕਹਿੰਦੇ ਸੀ। ਐਟ ਦ ਐਂਡ ਆਫ ਦ 18th ਸੈਂਚੁਰੀ ਮਹਾਰਾਜਾ ਰਣਜੀਤ ਸਿੰਘ ਐਸਟੈਬਲਿਸ਼ਡ ਪਾਵਰਫੁਲ ਸਿੱਖ ਅੰਪਾਇਰ ਇਨ ਪੰਜਾਬ ਐਂਡ ਬਿਕੇਮ ਦਾ ਰੂਲਰ। ਤਾਂ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ, ਉਹਨਾਂ ਨੇ ਇੱਕ ਪਾਵਰਫੁਲ ਅੰਪਾਇਰ ਸੀ ਜਿਹੜਾ ਪੰਜਾਬ ਦੇ ਵਿੱਚ ਸਥਾਪਿਤ ਕੀਤਾ ਅਤੇ ਇਹਦੇ ਰੂਲਰ ਬਣ ਗਏ। ਹਾਂਜੀ, ਸਾਡੇ ਕੋਲ ਨੈਕਸਟ ਹੈਗਾ ਮਰਾਠਾ ਐਡਮਿਨਿਸਟ੍ਰੇਸ਼ਨ। ਜਿਹੜੇ ਮਰਾਠਾ ਲੋਕ ਸੀਗੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸਿਸਟਮ ਕਿਹੋ ਜਿਹਾ ਸੀ? ਦੇ ਹੈਡ ਅ ਫੇਅਰ ਸਿਸਟਮ ਆਫ ਐਡਮਿਨਿਸਟ੍ਰੇਸ਼ਨ। ਦਾ ਸਿਸਟਮ ਸੀ ਜਿਹੜਾ ਉਹਨਾਂ ਦਾ ਬਹੁਤ ਫੇਅਰ ਸੀ, ਚੰਗਾ ਸੀ। ਦ ਸਟੇਟਸ ਵਰ ਡਿਵਾਈਡਡ ਇੰਟੂ ਪ੍ਰੋਵਿੰਸਿਸ ਵਿਚ ਵਰ ਫਰਦਰ ਡਿਵਾਈਡਡ ਇੰਟੂ ਡਿਸਟ੍ਰਿਕਟਸ ਐਂਡ ਸਬ ਡਿਸਟ੍ਰਿਕਟਸ। ਜਿਹੜੇ ਸਟੇਟਸ ਸੀਗੇ ਉਹ ਹੌਲੀ ਹੌਲੀ ਕਾਹ 'ਚ ਡਿਵਾਈਡ ਹੋ ਕੇ ਪ੍ਰੋਵਿੰਸਿਸ ਦੇ ਵਿੱਚ, ਛੋਟੀਆਂ ਛੋਟੀਆਂ 'ਚ, ਅਤੇ ਅੱਗੇ ਇਹ ਪ੍ਰੋਵਿੰਸਿਸ ਸੀ ਛੋਟੇ ਛੋਟੇ ਡਿਸਟ੍ਰਿਕਟ ਅਤੇ ਸਬ ਡਿਸਟ੍ਰਿਕਟਸ ਦੇ ਵਿੱਚ ਡਿਵਾਈਡ ਹੋ ਗਏ। ਦੇਅਰ ਵਾਜ਼ ਦ ਕਾਊਂਸਲ ਆਫ 8 ਮਿਨਿਸਟਰਸ ਕੋਲਡ ਅਸ਼ਤਾ ਪ੍ਰਧਾਨ। ਤਾਂ ਹੌਲੀ ਹੌਲੀ ਜਿਹੜਾ ਕੌਂਸਲ ਸੀਗੀ ਇੱਕ 8 ਪਰਸਨ ਦੀ, ਉਹਨੂੰ ਅਸ਼ਟ ਪ੍ਰਧਾਨ ਕਹਿੰਦੇ ਸੀ। ਪੇਸ਼ਵਾ ਸਿਵਲ ਐਂਡ ਮਿਲਟਰੀ ਅਫੇਅਰਸ। ਪੇਸ਼ਵਾ ਕਿਹਨੂੰ ਕਹਿੰਦੇ ਸੀ? ਪ੍ਰਾਈਮ ਮਿਨਿਸਟਰ ਨੂੰ ਉਸ ਟਾਈਮ 'ਤੇ। ਦਾ ਬੀ ਕਿਹਨੂੰ ਕਹਿੰਦੇ ਸੀ? ਜਿਹੜੇ ਫੋਰਨ ਅਫੇਅਰਸ ਦਾ ਧਿਆਨ ਰੱਖਦਾ ਸੀ। ਸੈਨਾਪਤੀ। ਸੈਨਾਪਤੀ ਕੌਣ ਸੀ? ਕਮਾਂਡ ਇਨ ਚੀਫ, ਜਿਹੜਾ ਕਿ ਕਮਾਂਡ ਦਿੰਦਾ ਸੀ ਆਪਣੀ ਸੈਨਾ ਨੂੰ। ਠੀਕ ਹੈ, ਉਹਨਾਂ ਦਾ ਲੀਡਰ ਹੁੰਦਾ ਸੀ। ਚਿਤਨੀਜ਼ ਸੈਕਟਰੀ। ਰੋਇਲ ਕੋਰਸਪੋਂਡੈਂਸ ਸੈਕਟਰੀ ਹੁੰਦਾ ਸੀ, ਬਾਹਰਲੇ ਮਤਲਬ ਜਿਹੜੇ ਵੀ ਕੰਮ ਧੰਦੇ ਉਹ ਦੇਖਦਾ ਸੀ। ਅੰਡਰ ਸ਼ਿਵਾਜੀ ਰੂਲ ਦਾ ਅਪੋਇੰਟਮੈਂਟਸ ਫਾਰ ਮੇਡ ਔਨ ਦਾ ਮੈਰਿਟ ਬੇਸਿਸ ਬਟ ਆਫਟਰ ਹਿਮ ਦ ਰੈਂਕ ਆਫ ਪੇਸ਼ਵਾ ਬਿਕੇਮ ਹੈਰੀਡਿਟਰੀ। ਹੀ ਪੇਡ ਹਿਜ਼ ਆਰਮੀ ਵੈਰੀ ਵੈਲ ਐਂਡ ਦ ਸਟ੍ਰੈਟਜੀ ਆਫ ਗੁਰਿੱਲਾ ਵਾਜ਼ ਮੇਡ। The main source of income was land revenues. There were 2 kinds of lands, Swaraj and Mughlai. ਤਾਂ ਸ਼ਿਵਾਜੀ ਦੇ ਅੰਡਰ ਜਿਹੜੇ ਅਪੋਇੰਟਮੈਂਟਸ ਸੀਗੀਆਂ, ਠੀਕ ਹੈ, ਮੈਰਿਟ ਬੇਸ 'ਤੇ ਕੀਤੀਆਂ ਜਾਂਦੀਆਂ ਸੀ। ਜਿਹੜਾ ਪੇਸ਼ਵਾ ਸੀ ਉਹ ਹੌਲੀ ਹੌਲੀ ਜਿਵੇਂ ਪੀੜ੍ਹੀ ਦਰ ਪੀੜ੍ਹੀ, ਇੱਕ ਦੀ ਜਿਵੇਂ ਡੈਥ ਹੋ ਗਈ, ਅੱਗੇ ਉਹਦਾ ਬੇਟਾ ਆ ਗਿਆ, ਤਾਂ ਇਸ ਟਾਈਪ ਦੇ ਨਾਲ ਇਹ ਪੋਜੀਸ਼ਨ ਮਿਲਦੀ ਸੀ। ਚੰਗਾ ਪੇ ਕਰਦੇ ਸੀ ਆਪਣੀ ਆਰਮੀ ਨੂੰ। ਸਟ੍ਰੈਟਜੀ ਇੱਕ ਗੁਰਿੱਲਾ ਸਟ੍ਰੈਟਜੀ ਸੀ ਉਹ ਬਣਾਈ ਗਈ, ਇਹਨਾਂ ਨੇ ਬਣਾਈ। ਤਾਂ ਮੇਨ ਸੋਰਸ ਕੀ ਸੀ ਇਨਕਮ ਦਾ? ਪੈਸੇ ਧੇਲੇ ਦਾ, ਲੈਂਡ ਰੈਵਨਿਊ। 2 ਤਰ੍ਹਾਂ ਦੀ ਜਿਹੜੀ ਲੈਂਡ ਸੀਗੀ ਇੱਥੇ, ਸਵਰਾਜ ਐਂਡ ਮੁਗਲਾਈ। ਦ ਫੋਰਮਰ ਵਾਜ਼ ਅੰਡਰ ਦਾ ਕੰਟਰੋਲ ਆਫ ਮਰਾਠਾ ਵਾਈਲ ਦ ਲੇਟਰ ਵਾਜ਼ ਅੰਡਰ ਦਾ ਅਥੋਰਿਟੀ। ਪਹਿਲੀ ਜਿਹੜੀ ਸੀਗੀ, ਜਿਵੇਂ ਇਹਨਾਂ ਨੇ ਦੱਸਿਆ ਹੋਇਆ, ਸਵਰਾਜ, ਇਹ ਕਾਹਦੇ ਅੰਡਰ ਸੀ? ਕੰਟਰੋਲ ਆਫ ਮਰਾਠਾ। ਜਿਹੜੀ ਮੁਗਲਾਈ ਸੀ ਇਹ ਅੰਡਰ ਦਾ ਅਥੋਰਿਟੀ, ਬਟ ਨੋਟ ਇਨ ਡਾਇਰੈਕਟ ਕੰਟਰੋਲ ਨਹੀਂ ਸੀ ਇਹਦੇ 'ਤੇ ਕੋਈ। ਈਵਨ ਦਾ ਟੈਕਸਿਸ ਵਰ ਆਫ 2 ਟਾਈਪਸ। 2 ਟਾਈਪ ਦੇ ਟੈਕਸ ਸੀਗੇ। ਬੋਥ ਆਫ ਦੈਮ ਆਫ ਵਰ ਇੰਪੋਜ਼ਡ ਔਨ ਦਾ ਮੁਗਲਾਈ ਲੈਂਡ। ਅਤੇ ਦੋਨੇ ਕਾਹਦੇ 'ਤੇ ਲੱਗਦੇ ਸੀ? ਮੁਗਲਾਂ ਦੀ ਲੈਂਡ ਦੇ ਉੱਤੇ। ਚੌਥ 1/4 ਆਫ ਦਾ ਯੀਲਡ ਆਫ ਦਾ ਟੈਰੀਟਰੀ। ਮੰਨ ਲਓ ਕਿਸੇ ਖੇਤ ਦੇ ਵਿੱਚ ਜਿੰਨੀ ਵੀ ਫਸਲ ਹੋਈ ਉਹਦਾ ਚੌਥਾ ਹਿੱਸਾ ਲੈਂਦੇ ਸੀਗੇ। ਸਰਦੇਸ਼ਮੁਖੀ 1/10 ਆਫ ਦਾ ਯੀਲਡ। ਜਿੰਨੀ ਵੀ ਪੈਦਾਵਾਰ ਹੋਈ ਉਹਦਾ 10ਵਾਂ ਹਿੱਸਾ ਉਹਨੂੰ ਕੀ ਕਹਿੰਦੇ ਸੀ? ਸਰਦੇਸ਼ਮੁਖੀ। ਫੋਰ ਦਾ ਸਵਰਾਜ ਲੈਂਡਸ ਆਲ ਦਾ ਫਾਰਮਰ ਹੈਡ ਟੂ ਪੇ 2/5 ਆਫ ਦੇਅਰ ਇੰਡੀਵਿਜੂਅਲ ਪ੍ਰੋਡਿਊਸ। ਤਾਂ 2/5 ਭਾਗ ਸੀਗਾ ਜਿਹੜਾ, ਜਿਹੜੇ ਵੀ ਕਿਸਾਨ ਸੀਗੇ ਉਹਨਾਂ ਨੂੰ ਪੈਦਾ ਕਰਨ 'ਤੇ ਦਿੱਤਾ ਜਾਂਦਾ ਸੀ, ਟੈਕਸ ਲਾਇਆ ਜਾਂਦਾ ਸੀ। ਇਟ ਵਾਜ਼ ਐਕਸੈਪਟਡ ਇਨ ਕੈਸ਼ ਐਂਡ ਕਾਇੰਡ ਐਜ਼ ਵੈਲ। ਜਾਂ ਤਾਂ ਕਣਕ ਵਗੈਰਾ ਦੇ ਦਿੰਦੇ ਸੀ ਕਿਸਾਨ, ਜਿਹੜਾ ਉਹ ਟੈਕਸ ਪੇ ਕਰਦੇ ਸੀ, ਅਤੇ ਜਾਂ ਕੈਸ਼ ਦੇ ਰੂਪ 'ਚ। ਦੇਅਰ ਵਾਜ਼ ਇਨਕਰੇਜਮੈਂਟ ਇਨ ਟ੍ਰੇਡ ਐਜ਼ ਟ੍ਰੇਡ ਰੂਟਸ ਵਰ ਡਿਵੈਲਪਡ ਐਂਡ ਪ੍ਰੋਟੈਕਟਡ ਐਂਡ ਐਗਰੀਕਲਚਰ ਆਲਸੋ ਸੋ ਐਨ ਐਕਟਿਵ ਇਨਕਰੀਜ਼। ਤਾਂ ਇਹਦੇ ਲਈ ਮਤਲਬ ਇਨਕਰੇਜਮੈਂਟ ਮਿਲੀ ਟ੍ਰੇਡ ਨੂੰ, ਟ੍ਰੇਡ ਰੂਟਸ ਨੂੰ, ਡਿਵੈਲਪਮੈਂਟ ਹੋਈ ਬਹੁਤ ਸਾਰੀ। ਅਤੇ ਜਿਹੜੀ ਖੇਤੀਬਾੜੀ ਸੀਗੀ ਐਗਰੀਕਲਚਰ, ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਇਨਕਰੀਜ਼ ਆਇਆ, ਵਾਧਾ ਵਿਕਾਸ ਹੋਇਆ।